ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਜੁੜੀਆਂ ਦੁਨੀਆ ਭਰ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਪੰਜਾਬ ਪੁਲਿਸ ਦੇ ਮਾੜੇ ਦਿਨ ਸ਼ੁਰੂ ਨੇ, ਜਿੱਥੇ ਪਹਿਲਾਂ ਦਿੱਲੀ ਦੇ ਮਾਮਲੇ ਨੂੰ ਲੈ ਕੇ ਤੇਂਦਰਪਾਲ ਬੱਗਾ ਦੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੀ ਰੱਜ ਕੇ ਬੇਇੱਜ਼ਤੀ ਹੋਈ, ਤਾਂ ਹੁਣ ਜਿਹੜਾ ਉਹੋ ਜਿਹਾ ਹੀ ਪਰਚਾ ਰਾਜਸਥਾਨ ਦੇ ਵਿੱਚ ਵੀ ਪੰਜਾਬ ਪੁਲਿਸ ਦੇ 14 ਮੁਲਾਜ਼ਮਾਂ ਦੇ ਉੱਪਰ ਦਰਜ ਹੋ ਚੁੱਕਿਆ ਹੈ। ਕਿਉਂ ਇਹ ਮਾਮਲਾ ਦਰਜ ਹੋਇਆ, ਕਹਾਣੀ ਕੀ ਹੈ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਦੱਸਾਂਗੇ ਕਿ ਇਸੇ ਹੀ ਕੜੀ ਦੇ ਵਿੱਚ ਪੰਜਾਬ ਪੁਲਿਸ ਦਾ ਮਾੜਾ ਦੌਰ ਜਿਹੜਾ ਚੱਲ ਰਿਹਾ ਹੈ। ਬੀਤੀ ਰਾਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਟਰ ਦੇ ਉੱਪਰ ਬੰਬ ਧਮਾਕਾ ਹੋਇਆ। ਇੰਟੈਲੀਜੈਂਸ ਬੰਬ ਦੇ ਹੈੱਡਕੁਆਟਰ ਦੇ ਉੱਪਰ ਬੰਬ ਧਮਾਕਾ ਹੋਣਾ ਪੰਜਾਬ ਪੁਲਿਸ ਦਾ ਵੱਡਾ ਫੇਲਿਅਰ ਜਿਹੜਾ ਉਹ ਸਾਹਮਣੇ ਆ ਰਿਹਾ, ਕਿਉਂਕਿ ਇੰਟੈਲੀਜੈਂਸ ਨੂੰ ਪਲ ਪਲ ਦੀ ਖਬਰ ਹੁੰਦੀ ਹੈ। ਜੇਕਰ ਉਹਨਾਂ ਦੇ ਆਪਣੇ ਹੀ ਦਫ਼ਤਰ ਦੇ ਵਿੱਚ ਆਹ ਹਾਲ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਸਥਿਤੀ ਕਿਹੋ ਜਿਹੀ ਹੋਵੇਗੀ, ਕਿਵੇਂ ਬੰਬ ਧਮਾਕਾ ਹੋਇਆ, ਕੌਣ ਕਰਨ ਵਾਲਾ ਸੀ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਮਾੜੇ ਹਾਲਾਤਾਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਦਾ ਅਸਤੀਫਾ ਹੈ, ਕਿਹੜੇ ਪ੍ਰਧਾਨ ਮੰਤਰੀ ਦਾ ਅਸਤੀਫਾ ਕਿਉਂ ਦਿੱਤਾ ਗਿਆ, ਉਸ ਤੇ ਗੱਲਬਾਤ ਜਿਹੜੀ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਸ਼ਾਹੀ ਪਰਿਵਾਰ ਦਾ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਹੁਣ ਕਾਂਗਰਸ ਦੇ ਨਾਲ ਨਾਤਾ ਬਿਲਕੁਲ ਟੁੱਟ ਚੁੱਕਿਆ, ਕਿਉਂਕਿ ਪਹਿਲਾਂ ਤਾਂ ਕੈਪਟਨ ਤੋੜ ਗਏ ਤੇ ਹੁਣ ਪਰਨੀਤ ਕੌਰ ਦੇ ਬਾਰੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਖੀ ਸਾਹਿਬ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ। ਅੱਜ ਦੀ ਸ਼ੁਰੂਆਤ ਜਿਹੜੀ ਆ ਉਹ ਆਪਾਂ ਪੁਲਿਸ ਵਾਲੀ ਖਬਰ ਤੋਂ ਕਰਦੇ ਹਾਂ। ਪੁਲਿਸ ਦਾ ਮਾੜਾ ਦੌਰ ਜਿਹੜਾ ਲਗਾਤਾਰ ਚੱਲਦਾ ਜਾ ਰਿਹਾ ਪਿਛਲੇ ਕਈ ਦਿਨਾਂ ਤੋਂ। ਪਹਿਲਾਂ ਦਿੱਲੀ ਵਾਲੇ ਮਾਮਲੇ 'ਚ ਬੇਇੱਜ਼ਤੀ ਹੋਈ, ਉੱਥੇ ਪਰਚਾ ਦਰਜ ਹੋਇਆ ਤੇਂਦਰਪਾਲ ਬੱਗੇ ਦੇ ਖਿਲਾਫ, ਉਹਨੂੰ ਚੱਕਣ ਗਏ ਤਾਂ ਉਹਨਾਂ ਨੇ ਅਗਲੇ ਨੇ ਪੁਲਿਸ ਫੜ ਕੇ ਬਿਠਾ ਲਈ। ਹੁਣ ਰਾਜਸਥਾਨ ਦੇ ਵਿੱਚ 14 ਮੁਲਾਜ਼ਮਾਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ। ਉਹ ਮਾਮਲਾ ਕੀ ਹੈ, ਤੇ ਨਾਲ ਹੀ ਨਾਲ ਇਹਦੇ ਮਾਮਲਾ ਇਹ ਵੀ ਜੋੜਨਾ ਹੈ ਆਪਾਂ ਕਿ ਜਿਹੜਾ ਮੋਹਾਲੀ ਦੇ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਟਰ ਦੇ ਉੱਪਰ ਜਿਹੜਾ ਬੰਬ ਧਮਾਕਾ ਹੋਇਆ, ਅਣਖੀ ਸਾਹਿਬ ਕਿਵੇਂ ਇਹ ਦੇਖਦੇ ਹੋ, ਕਿੰਨਾ ਕੁ ਵੱਡਾ ਫੇਲਿਅਰ ਤੁਸੀਂ ਮੰਨਦੇ ਹੋ ਪੰਜਾਬ ਪੁਲਿਸ ਦਾ? ਸੁਖਿੰਦਰ ਜੀ, ਬਹੁਤ ਇਸ ਤੋਂ ਵੱਡਾ ਫੇਲਿਅਰ ਕੀ ਹੋ ਸਕਦਾ। ਜਿਸ ਤਰੀਕੇ ਨਾਲ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਗੱਲ ਕੀਤੀ ਹੈ ਕਿ ਉਹ ਖੁਫੀਆ ਵਿਭਾਗ ਜਿਸ ਨੂੰ ਪੰਜਾਬ ਦੇ ਵਿੱਚ ਵਾਪਰਨ ਵਾਲੀਆਂ ਹਰ ਘਟਨਾਵਾਂ ਦਾ ਇਨਪੁਟ ਜਿਹੜਾ ਸਭ ਤੋਂ ਪਹਿਲਾਂ ਮਿਲ ਜਾਂਦਾ, ਤੇ ਜੇਕਰ ਉਹਦੇ ਦਫ਼ਤਰ ਦੇ ਉੱਤੇ ਹੀ ਇਹੋ ਜਿਹਾ ਹਮਲਾ ਹੋ ਜਾਂਦਾ ਰਾਕਟ ਲਾਂਚਰ ਦੇ ਨਾਲ, ਔਰ ਰਾਕਟ ਵਰਗੀ ਕੋਈ ਚੀਜ਼ ਉੱਥੇ ਜਾ ਕੇ ਮਿਲਦੀ ਹੈ, ਤੇ ਇਸ ਤੋਂ ਵੱਡਾ ਫੇਲਿਅਰ ਹੋਰ ਕੀ ਹੋ ਸਕਦਾ। ਇਹਦੇ ਉੱਤੇ ਤਾਂ ਸਿਰਫ ਅਫਸੋਸ ਹੀ ਪ੍ਰਗਟ ਕੀਤਾ ਜਾ ਸਕਦਾ ਕਿ ਪੰਜਾਬ ਪੁਲਿਸ ਜਿਹਨੇ ਕਦੇ ਇੱਕ ਅੱਤਵਾਦ ਦੇ ਵਿਰੁੱਧ ਫੈਸਲਾ ਕੋਈ ਲੜਾਈ ਲੜੀ, ਤੇ ਹੁਣ ਉਹਨੂੰ ਆਪਣੇ ਘਰ ਦੇ ਵਿੱਚ ਰਹਿਣਾ ਹੀ ਉਹਦੇ ਵਾਸਤੇ ਅਸੁਰੱਖਿਆ ਦੀ ਜਿਹੜੀ ਭਾਵਨਾ ਆ ਉਹ ਉਹਨਾਂ 'ਚ ਪੈਦਾ ਹੋ ਰਹੀ ਹੈ। ਹੁਣ ਇਹ ਦੋ ਤਿੰਨ ਘਟਨਾਵਾਂ ਬੜੀਆਂ ਮਹੱਤਵਪੂਰਨ ਜੁੜਦੀਆਂ। ਇੱਕ ਤਾਂ ਬੱਗੇ ਵਾਲੀ ਘਟਨਾ ਜਿਹੜੀ ਆ ਕਿ ਬੱਗੇ ਨੂੰ ਪੰਜਾਬ ਪੁਲਿਸ ਅਰੈਸਟ ਕਰਨ ਜਾਂਦੀ ਹੈ, ਤੇ ਉੱਥੇ ਜਾ ਕੇ ਕੁਰੂਕਸ਼ੇਤਰ ਦੇ ਲਾਗੇ ਉਹਦੇ ਪੰਜਾਬ ਪੁਲਿਸ ਨੂੰ ਗ੍ਰਿਫਤਾਰ ਕਰ ਲਈ ਜਾਂਦੀ ਹੈ। ਤੇ ਹੁਣ ਇੱਕ ਮੁੱਦਾ ਹੋਰ ਸਾਹਮਣੇ ਆਇਆ, ਜਿਹੜਾ ਮੁੱਦਾ 14 ਅਪ੍ਰੈਲ ਦਾ ਮਾਰਚ ਮਹੀਨੇ ਦਾ ਹੈ। ਕਿਹਾ ਜਾਂਦਾ ਕਿ ਹੁਸ਼ਿਆਰਪੁਰ ਦਾ ਇੱਕ ਤਸਕਰ ਜਿਹੜਾ ਸੀ ਉਹ 10 ਕਿਲੋ ਅਫੀਮ ਦੇ ਨਾਲ ਜਿਹੜਾ ਉਹ ਬਰਾਮਦ ਉਹਦੀ ਸੀ, ਉੱਥੋਂ ਦਾ ਬੰਦਾ ਜਿਹੜਾ ਹੁਸ਼ਿਆਰਪੁਰ ਪੁਲਿਸ ਨੇ ਫੜਿਆ। ਤਾਂ ਉਸਦੇ ਸਬੰਧ ਜਿਹੜੇ ਸਨ ਰਾਜਸਥਾਨ ਵਿੱਚ ਰਹਿ ਰਹੇ ਬੰਦੇ ਸਮਗਲਰ ਦੇ ਨਾਲ ਸਨ। ਮਾਰਚ ਮਹੀਨੇ ਦੇ ਵਿੱਚ ਪੰਜਾਬ ਪੁਲਿਸ ਦੀ ਇੱਕ ਟੀਮ ਜਾਂਦੀ ਹੈ 14 ਮੁਲਾਜ਼ਮਾਂ ਦੇ ਨਾਲ, ਉਸ ਬੰਦੇ ਨੂੰ ਉੱਥੋਂ ਚੁੱਕ ਕੇ ਲੈ ਆਉਂਦੀ ਹੈ। ਪਰ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਬੱਗੇ ਵਾਲੇ ਇੰਸੀਡੈਂਟ ਦੇ ਵਿੱਚ ਹੋਇਆ, ਉਸੇ ਤਰੀਕੇ ਨਾਲ ਰਾਜਸਥਾਨ ਦੇ ਵਿੱਚ ਹੁੰਦਾ ਕਿ ਰਾਜਸਥਾਨ ਦੀ ਪੁਲਿਸ ਨੂੰ ਪੰਜਾਬ ਪੁਲਿਸ ਜਾ ਕੇ ਕੁਝ ਵੀ ਦੱਸਦੀ ਨਹੀਂ ਹੈ, ਬੰਦਾ ਚੁੱਕਦੀ ਹੈ, ਬੰਦੇ ਨੂੰ ਇੱਧਰ ਲੈ ਆਉਂਦੀ ਹੈ। ਉਸ ਆਧਾਰ ਤੇ 14 ਪੁਲਿਸ ਮੁਲਾਜ਼ਮਾਂ ਦੇ ਉੱਤੇ ਅਗਵਾ ਦਾ ਜਿਹੜਾ ਪਰਚਾ ਹੈ ਉਹ ਦਰਜ ਹੋਇਆ। ਪਰ ਸੁਖਵਿੰਦਰ ਜੀ, ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਘਟਨਾ ਮਾਰਚ ਮਹੀਨੇ ਦੀ ਹੈ ਔਰ ਪਰਚਾ ਜਿਹੜਾ ਉਹ ਮਈ 'ਚ ਦਰਜ ਹੋ ਰਿਹਾ। ਇਸ ਦਾ ਕਾਰਨ ਕੀ? ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਜਿਸ ਤਰੀਕੇ ਨਾਲ ਦਿੱਲੀ ਦੀ ਭਾਜਪਾ ਸਰਕਾਰ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰਦੀ ਹੈ, ਉਸੇ ਤਰੀਕੇ ਨਾਲ ਰਾਜਸਥਾਨ ਦੀ ਜਿਹੜੀ ਕਾਂਗਰਸ ਸਰਕਾਰ ਆ ਉਹਨੇ ਵੀ ਉਸ ਤਰੀਕੇ ਨਾਲ ਸ਼ੁਰੂ ਕਰ ਦਿੱਤਾ। ਜਿਹੜੀ ਰਾਜਨੀਤਿਕ ਸਿਆਸੀ ਅਸੀਂ ਕਹਿ ਸਕਦੇ ਦਾ ਪੇਚ ਜੋ ਮਰਜ਼ੀ ਹੋ ਜਾਵੇ, ਮਤਲਬ ਇਹ ਗੱਲਾਂ ਹੋ ਸਕਦੀਆਂ ਨੇ, ਇਹੋ ਜਿਹੀਆਂ ਗੱਲਾਂ ਪੈਦਾ ਹੋਣਗੀਆਂ, ਪਰ ਜੋ ਹੋ ਜਾਵੇ ਇਹ ਪੰਜਾਬ ਪੁਲਿਸ ਵਾਸਤੇ ਇੱਕ ਮਾੜੇ ਦੌਰ ਦੀ ਨਿਸ਼ਾਨੀ ਹੈ ਜਿਹੜਾ ਸ਼ੁਰੂ ਹੋ ਚੁੱਕਾ। ਹੁਣ ਉਸ ਤੋਂ ਬਾਅਦ ਆ ਜਿਹੜੀ ਰਾਤ ਬੀਤੀ 7:30 ਵਜੇ ਦੀ ਘਟਨਾ ਆ, ਇਹਨੇ ਸਭ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਜਿਹੜਾ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਉੱਤੇ ਲਾ ਦਿੱਤਾ। ਪੰਜਾਬ ਪੁਲਿਸ ਦੇ ਉੱਤੇ ਸਮੁੱਚੀ ਜ਼ਿੰਮੇਵਾਰੀ ਆ ਕਿ ਰਾਜ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ। ਪਟਿਆਲਾ ਵਿੱਚ ਜਿਹੜੀ ਘਟਨਾ ਹੁੰਦੀ ਆ ਉਹਦੇ ਵਾਸਤੇ ਇਹ ਸਮਝਿਆ ਜਾ ਰਿਹਾ ਕਿ ਇੰਟੈਲੀਜੈਂਸ ਇਨਪੁਟ ਸੀ ਕਿ ਪਟਿਆਲੇ ਦੇ ਵਿੱਚ ਅਜਿਹੀਆਂ ਘਟਨਾਵਾਂ ਹੋ ਸਕਦੀਆਂ। ਇੰਟੈਲੀਜੈਂਸ ਦਾ ਇਨਪੁਟ ਹੋਣ ਦੇ ਬਾਵਜੂਦ ਵੀ ਜੇਕਰ ਪ੍ਰਸ਼ਾਸਨ ਉੱਥੇ ਨਹੀਂ ਕਰ ਸਕਿਆ, ਇਹ ਵੀ ਫੇਲਿਅਰ ਉੱਥੇ ਨਜ਼ਰ ਆਇਆ।
ਤੇ ਬੀਤੀ ਰਾਤ ਜਦੋਂ ਹੁਣ ਉਹਨਾਂ ਦੇ ਆਪਣੇ ਹੈੱਡਕੁਆਟਰ ਦੇ ਉੱਤੇ ਉਹਨਾਂ ਦੀ ਹਿੱਕ ਤੇ ਕੋਈ ਬੰਦਾ ਦੀਵਾ ਬਾਲ ਜਾਂਦਾ ਤਾਂ ਫਿਰ ਤਾਂ ਪ੍ਰਸ਼ਨ ਚਿੰਨ੍ਹ ਲੱਗਣੇ ਆ। ਇਹਨੂੰ ਤੁਸੀਂ ਭਗਵੰਤ ਮਾਨ ਸਰਕਾਰ ਦੀ ਫੇਲੀਅਰ ਕਹਿ ਲਓ, ਪੰਜਾਬ ਪੁਲਿਸ ਦੀ ਫੇਲੀਅਰ ਕਹਿ ਲਓ, ਜਾਂ ਉਹ ਤਾਕਤਾਂ ਜਿਹੜੀਆਂ ਨਵੀਂ ਸਰਕਾਰ ਵਾਸਤੇ ਮੁਸ਼ਕਲਾਂ ਪੈਦਾ ਕਰ ਰਹੀਆਂ ਨੇ ਉਹਨਾਂ ਦੀ ਕਾਮਯਾਬੀ ਕਹਿ ਲਓ, ਜੋ ਮਰਜ਼ੀ ਕਹਿ ਲਓ। ਪਰ ਪ੍ਰਸ਼ਨ ਤਾਂ ਇਹ ਆ ਕਿ ਇਹ ਵਾਪਰਿਆ ਕਿਉਂ। ਇਸ ਦਾ ਸਾਫ਼ ਅਰਥ ਇਹੋ ਹੀ ਆ ਕਿ ਪੰਜਾਬ ਪੁਲਿਸ ਦੇ ਵਿੱਚ ਹੁਣ ਸ਼ਾਇਦ ਉਹ ਪਹਿਲਾਂ ਵਰਗੀ ਜਿਹੜੀ ਅਸੀਂ ਕਹਿੰਦੇ ਕਾਬਲੀਅਤ ਨਹੀਂ ਹੈਗੀ, ਜਿਹੜੀ ਕਾਬਲੀਅਤ ਪਹਿਲਾਂ ਚਾਹੀਦੀ ਸੀ। ਪਰ ਸੁਖਵਿੰਦਰ ਜੀ ਇਹਦੇ ਨਾਲ ਹੀ ਨਾਲ ਇੱਕ ਇਸ ਤੋਂ ਅੱਗੇ ਜਾ ਕੇ ਵੀ ਅਸੀਂ ਗੱਲ ਕਰਦੀ ਹੈ। ਅੱਜ ਤੋਂ 4 ਦਿਨ ਪਹਿਲਾਂ ਹਿਮਾਚਲ ਦੇ ਜਿਹੜਾ ਧਰਮਸ਼ਾਲਾ ਜਿਹੜੀ ਉੱਥੋਂ ਦੀ ਵਿਧਾਨ ਸਭਾ ਆ ਉਹਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲੱਗਦੇ ਆ ਔਰ ਬਕਾਇਦਾ ਤੌਰ ਤੇ ਝੰਡੇ ਲਾਏ ਜਾਂਦੇ ਆ। ਉਸ ਦਾ ਇਨਪੁਟ ਜਿਹੜਾ ਉਹ ਵੀ ਕਹਿੰਦੇ ਕਿ ਇਹੋ ਜਿਹਾ ਇਨਪੁਟ ਉਹਨਾਂ ਕੋਲ ਨਹੀਂ ਸੀ ਹੈਗਾ, ਪਰ ਪੰਜਾਬ ਸਰਕਾਰ ਕੋਲ ਹੈਗਾ ਸੀ। ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਅੱਜ ਨਾਲ ਹੀ ਟਵੀਟ ਆ ਗਿਆ ਕਿ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸਾਂ ਕਿ ਹਾਲਾਤ ਜਿਹੜੇ ਨੇ ਪੰਜਾਬ ਦੇ ਬਹੁਤ ਮਾੜੇ ਨੇ। ਸੋ ਕਹਿਣ ਦਾ ਅਰਥ ਇਹ ਆ ਕਿ ਇਹੋ ਜਿਹੀ ਜਿਹੜੀਆਂ ਘਟਨਾਵਾਂ ਵਾਪਰਦੀਆਂ ਪਈਆਂ ਨੇ ਜਿਨ੍ਹਾਂ ਦਾ ਸਿੱਧਾ ਸੰਬੰਧ ਪੰਜਾਬ ਦੇ ਅਮਨ ਤੇ ਕਾਨੂੰਨ ਦੀ ਸਥਿਤੀ ਨਾਲ ਸਿੱਧਾ ਸੰਬੰਧ ਹੈਗਾ, ਇਹਦੇ ਉੱਤੇ ਸਰਕਾਰ ਨੂੰ, ਪੰਜਾਬ ਪੁਲਿਸ ਨੂੰ, ਕੇਂਦਰ ਦੀਆਂ ਖੁਫੀਆ ਏਜੰਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਜਿਹੜੀ ਆ ਉਹ ਨਹੀਂ ਵਰਤਣੀ ਚਾਹੀਦੀ, ਕਿਉਂਕਿ ਪੰਜਾਬ ਦੇ ਸਮੁੱਚੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ, ਪੰਜਾਬ ਸਰਕਾਰ ਦੀ ਹੈ। ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਹੈ, ਸਰਹੱਦੀ ਆਪਣੇ ਸਟੇਟ ਹੈਗੀ, ਰਾਜ ਹੈਗਾ, ਤਾਂ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਜਾਂ ਹੋਰ ਜਿਹੜੀਆਂ ਨੇ ਉਹਨਾਂ ਦਾ ਹਮੇਸ਼ਾ ਇਹ ਯਤਨ ਰਿਹਾ ਕਿ ਇਹਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਕੀਤੀਆਂ ਜਾਂਦੀਆਂ ਰਹਿਣ। ਕੱਲ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ RDX ਫੜਿਆ ਜਾਂਦਾ, ਪਤਵੰਤ ਸਿੰਘ ਪੰਨੂ ਦੇ ਜਿਹੜੇ ਸਲੀਪਰ ਸੈੱਲ ਨੇ ਉਹ ਐਕਟਿਵ ਨਹੀਂ। ਕਹਿਣ ਦਾ ਅਰਥ ਹੈ ਕਿ ਬਹੁਤ ਕੁਝ ਇਹੋ ਜਿਹਾ ਹੋ ਰਿਹਾ, ਹਾਲਾਂਕਿ ਇਹ ਹਮੇਸ਼ਾ ਹੁੰਦਾ ਰਿਹਾ, ਪਰ ਅਸੀਂ ਇੰਨੀ ਗੱਲ ਕਹਿ ਕੇ ਆਪਣਾ ਪੱਲਾ ਨਹੀਂ ਝਾੜ ਸਕਦੇ ਕਿ ਇਹ ਬੀਤੇ ਦੌਰ 'ਚ ਵੀ ਹੁੰਦਾ ਰਿਹਾ ਤੇ ਗਾਂ ਵੀ ਹੁੰਦਾ ਰਹੂਗਾ। ਇਹਦੇ ਵਾਸਤੇ ਭਗਵੰਤ ਮਾਨ ਦੀ ਸਰਕਾਰ ਨੂੰ ਕੋਈ ਕਦਮ ਜਿਹੜਾ ਚੁੱਕਣਾ ਪਏਗਾ ਜੀ, ਉਸ ਕਦਮ ਜਿਹੜਾ ਚੁੱਕਣਾ ਪਊਗਾ। ਬਿਲਕੁਲ ਸਾਹਿਬ ਤੁਸੀਂ ਇੱਥੇ ਵਿਸਤਾਰਪੂਰਵਕ ਚਰਚਾ ਕੀਤੀ, ਤਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਵਾਲ ਤਾਂ ਉੱਠਣੇ ਲਾਜ਼ਮੀ ਹੈ, ਕਿਉਂਕਿ ਇੰਟੈਲੀਜੈਂਸ ਦੀ ਜਿਹੜੀ, ਜਿਵੇਂ ਅੰਕੀ ਸਾਹਿਬ ਨੇ ਵੀ ਦੱਸਿਆ, ਪਹਿਲਾਂ ਮੈਂ ਵੀ ਦੱਸਿਆ ਕਿ ਇੰਟੈਲੀਜੈਂਸ ਦੀ ਜਿਹੜੀ ਪੁਲਿਸ ਹੁੰਦੀ ਆ ਉਹਨੂੰ ਪੰਜਾਬ ਦੇ ਚੱਪੇ ਚੱਪੇ ਦੀ ਇਨਪੁਟ ਹੁੰਦੀ ਆ, ਚੱਪੇ ਚੱਪੇ ਦੀ ਖਬਰ ਹੁੰਦੀ ਆ। ਹਰ ਥਾਂ ਇਹਨਾਂ ਦੇ ਵਿਅਕਤੀ ਜਿਹੜੇ ਉਹ ਫੈਲੇ ਹੁੰਦੇ ਆ, ਤਾਂ ਇਹਨਾਂ ਦਾ ਖਬਰੀ ਵੀ ਬਹੁਤ ਜ਼ਿਆਦਾ ਹੁੰਦੇ ਨੇ, ਪਰ ਫਿਰ ਵੀ ਆਪਣੇ ਹੀ ਦਫ਼ਤਰ ਦੇ ਵਿੱਚ ਇੰਨਾ ਵੱਡਾ ਧਮਾਕਾ ਹੋ ਜਾਣਾ ਤੇ ਇਸ ਖਬਰ ਤੋਂ ਜਾਣੂ ਨਾ ਹੋਣਾ, ਤਾਂ ਇਹ ਬੜੇ ਵੱਡੇ ਸਵਾਲ ਜਿਹੜੇ ਆ ਉਹ ਖੜੇ ਕਰਦਾ ਹੈ। ਪਹਿਲਾਂ ਪਟਿਆਲਾ ਦੇ ਵਿੱਚ ਵੀ ਜਿਹੜੇ ਸਵਾਲ ਖੜੇ ਹੋਏ ਸੀਗੇ ਪੰਜਾਬ ਪੁਲਿਸ ਦੇ ਉੱਪਰ, ਤਾਂ ਹੁਣ ਆਪਣੇ ਹੀ ਦਫ਼ਤਰ ਦੇ ਵਿੱਚ ਧਮਾਕਾ ਹੋ ਜਾਣਾ। ਤਾਂ ਅਗਲੀ ਖਬਰ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਇਹ ਹੈ ਅਣਖੀ ਸਾਹਿਬ ਕਿ ਹੁਣ ਇੰਝ ਲੱਗ ਰਿਹਾ ਕਿ ਜਿਵੇਂ ਪੂਰਨ ਤਰੀਕੇ ਦੇ ਨਾਲ ਸ਼ਾਹੀ ਪਰਿਵਾਰ ਦਾ ਜਿਹੜਾ ਕਾਂਗਰਸ ਦੇ ਨਾਲੋਂ ਨਾਤਾ ਟੁੱਟ ਗਿਆ ਹੁੰਦਾ। ਬੇਸ਼ੱਕ ਪ੍ਰਨੀਤ ਕੌਰ ਅੱਜ ਵੀ ਕਾਂਗਰਸ ਦੇ MP ਵਜੋਂ ਨੇ, ਬੇਸ਼ੱਕ ਹਾਈ ਕਮਾਨ ਨੇ ਜਿਹੜਾ ਲਿਖਤੀ ਤੌਰ ਤੇ ਕਾਰਵਾਈ ਕਰਨ ਤੋਂ ਗੁਰੇਜ਼ ਕਰੀ। ਇੱਕ ਤਾਂ ਇਹ ਜਾਣਨਾ ਚਾਹਾਂਗੇ ਕਿ ਜਦੋਂ ਅਗਲਿਆਂ ਦਾ ਪਤਾ ਹੀ ਹੈ ਕਿ ਅਗਲਿਆਂ ਨੇ ਕਾਂਗਰਸ ਦੇ ਵਿੱਚ ਰਹਿਣਾ ਨਹੀਂ, ਸਪੋਰਟ ਦੂਜੀ ਪਾਰਟੀ ਦੀ ਕਰਤੀ ਹੈ, ਤੇ ਤੁਸੀਂ ਫਿਰ ਉਹ ਤੇ ਕਾਰਵਾਈ ਕਰ ਕਿਉਂ ਨਹੀਂ ਰਹੇ? ਕਾਰਵਾਈ ਤੋਂ ਗੁਰੇਜ਼ ਕਿਉਂ ਹੈ? ਕਾਰਵਾਈ ਦਾ ਗੁਰੇਜ਼ ਸੁਖਵਿੰਦਰ ਜੀ ਸਿਰਫ ਇਸੇ ਕਰਕੇ ਕਿ ਕਾਂਗਰਸ ਹਾਈਕਮਾਨ ਸ਼ਾਇਦ ਆਪਣੇ ਆਪ 'ਚ ਇੰਨੀ ਕੁ ਕਮਜ਼ੋਰ ਹੋ ਚੁੱਕੀ ਹੈ ਕਿ ਜਿੱਥੇ ਕਾਂਗਰਸ ਦੇ ਵੱਖ-ਵੱਖ ਰਾਜਾਂ ਦੇ ਵਿੱਚ ਕਾਂਗਰਸ ਦਾ ਬਿਸਤਰਾ ਗੋਲ ਹੋ ਚੁੱਕਾ, ਤੇ ਦੂਜੇ ਪਾਸੇ ਕਾਂਗਰਸ ਹਾਈਕਮਾਨ ਤੇ ਉੱਤੇ ਡੋਮੀਨੇਟ ਜਿਹੜਾ ਗਾਂਧੀ ਪਰਿਵਾਰ ਆ ਉਹਦੇ ਵਾਸਤੇ ਵੀ ਨਿੱਤ ਪ੍ਰਤੀ ਦਿਨ ਜਿਹੜੀਆਂ ਸਮੱਸਿਆਵਾਂ G23 ਦਾ ਜਿਹੜੇ ਬੰਦੇ ਨੇ ਉਹ ਪੈਦਾ ਕਰਦੇ ਰਹਿੰਦੇ ਨੇ। ਸ਼ਾਇਦ ਇਹੋ ਹੀ ਕਾਰਨ ਆ ਕਿ ਪ੍ਰਨੀਤ ਕੌਰ ਵਰਗੇ ਜਿਹੜੇ ਟਕਸਾਲੀ ਕਾਂਗਰਸੀ ਆ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਣ ਦਾ ਰਸਤਾ ਜਾਂ ਬਾਹਰ ਦਾ ਰਸਤਾ ਵਿਖਾਉਣ ਦੀ ਜਿਹੜੀ ਹਿੰਮਤ ਹੈ ਕਾਂਗਰਸ ਹਾਈਕਮਾਨ ਜਾਂ ਗਾਂਧੀ ਪਰਿਵਾਰ ਕੋਲ ਜਿਹੜੀ ਨਹੀਂ ਹੈਗੀ। ਹੁਣ ਜਿਸ ਤਰੀਕੇ ਦੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਹਾਲਾਂਕਿ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਚੁੱਕਾ, ਪਰ ਪ੍ਰਨੀਤ ਕੌਰ ਹੋਣਾ ਨੇ ਉਹਦਾ ਜਵਾਬ ਹੀ ਨਹੀਂ ਦਿੱਤਾ, ਤੇ ਕਾਂਗਰਸ ਹਾਈਕਮਾਨ ਨੇ ਵੀ ਇਸ ਗੱਲ ਨੂੰ ਬਹੁਤਾ ਜ਼ਿਆਦਾ ਉਛਾਲਿਆ ਜਿਹੜਾ ਉਹ ਨਹੀਂ ਹੈਗਾ ਕਿ ਅਸੀਂ ਨੋਟਿਸ ਜਾਰੀ ਕੀਤਾ। ਜਿਸ ਤਰੀਕੇ ਨਾਲ ਸੁਨੀਲ ਜਾਖੜ ਦੇ ਸੰਬੰਧ ਵਿੱਚ ਕਾਂਗਰਸ ਹਾਈਕਮਾਨ ਨੇ ਕਿਹਾ ਸੀ ਨੋਟਿਸ ਜਾਰੀ ਹੋ ਗਿਆ। ਪ੍ਰਨੀਤ ਕੌਰ ਦੀ ਇਸ ਦੀ ਸਭ ਤੋਂ ਜ਼ਿਆਦਾ ਵੱਡੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਇਸ ਤਰੀਕੇ ਨਾਲ ਰਹੀਆਂ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਉਸ ਸਮੇਂ ਚੋਣਾਂ ਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਮਦਦ ਕੀਤੀ ਜਿਹੜੇ ਭਾਜਪਾ ਦੇ ਰੱਥ ਤੇ ਸਵਾਰ ਹੋ ਕੇ ਪੰਜਾਬ 'ਚ ਚੋਣਾਂ ਲੜਦੇ ਪਏ ਸਨ। ਤਾਂ ਉਸ ਵਕਤ ਪ੍ਰਨੀਤ ਕੌਰ ਉਹਨਾਂ ਨੇ ਰਾਜਨਾਥ ਸਿੰਘ ਨਾਲ ਵੀ ਆਪਣੀ ਸਟੇਜ ਜਿਹੜੀ ਉਹ ਸਾਂਝੀ ਕੀਤੀ, ਪਰ ਇਸ ਦੇ ਬਾਵਜੂਦ ਕਾਂਗਰਸ ਹਾਈਕਮਾਨ ਉਹਨਾਂ ਦੇ ਵਿਰੁੱਧ ਕੋਈ ਵੀ ਐਕਸ਼ਨ ਜਿਹੜਾ ਨਹੀਂ ਕਰ ਸਕੀ। ਹੁਣ ਇਹ ਜਾਣਕਾਰੀ ਹੋਈ ਕਿ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ, ਪਰ ਉਸ ਵੇਲੇ ਹਰੀ ਚੌਧਰੀ ਸਨ, ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ। ਤੇ ਜੇ ਹੁਣ ਰਾਜਾ ਵੜਿੰਗ ਨੇ ਇਹ ਧਮਕੀ ਦਿੱਤੀ ਕਿ ਮੈਂ ਰਵਾਂਗਾ ਜਾਂ ਉਹ ਰਹਿਣਗੇ, ਤਾਂ ਉਸ ਦਾ ਅਰਥ ਇਹ ਆ ਕਿ ਰਾਜਾ ਵੜਿੰਗ ਦੀ ਜਿਹੜੀ ਸਥਿਤੀ ਆ ਉਹਨੂੰ ਵੀ ਪਤਾ ਕਿ ਪ੍ਰਨੀਤ ਕੌਰ ਦੇ ਖਿਲਾਫ ਸ਼ਾਇਦ ਕਾਂਗਰਸ ਹਾਈਕਮਾਨ ਕੋਈ ਵੀ ਕਾਰਵਾਈ ਕਰਨ ਤੋਂ ਗੁਰੇਜ਼ ਕਰਦੀ ਪਈ ਆ, ਤੇ ਰਾਣਾ ਆਪਣੇ ਵੜਿੰਗ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਆਪਣੀ
ਕਹਿ ਸਕਦੇ ਕਿ ਦਖਲ ਅੰਦਾਜ਼ੀ ਨਾਲ ਮਹਾਰਾਣੀ ਪ੍ਰਨੀਤ ਕੌਰ ਦਾ ਅਸਤੀਫਾ ਜਿਹੜਾ ਆਪਣੇ ਤੌਰ ਤੇ ਆਪਣੇ ਤੌਰ ਤੇ ਜੀ ਅਸਤੀਫਾ ਜਿਹੜਾ ਉਹ ਲਵਾ ਸਕਣ ਜਾਂ ਉਹਨਾਂ ਨੂੰ ਕਹਿ ਸਕਣ। ਤੇ ਸ਼ਾਇਦ ਇਹੋ ਹੀ ਗੱਲ ਰਾਜਾ ਵੜਿੰਗ ਦੀ ਇਸੇ ਕਮਜ਼ੋਰੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਹੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਬੁਲਾਰੇ ਨੇ ਇਹ ਸਟੇਟਮੈਂਟ ਦਿੱਤੀ ਕਿ ਕਿਸੇ ਦੀ ਹਿੰਮਤ ਹੈਗੀ ਆ ਤੇ ਪ੍ਰਨੀਤ ਕੌਰ ਨੂੰ ਬਾਹਰ ਕੱਢ ਕੇ ਖਾਓ, ਕਿਉਂਕਿ ਉਹਨਾਂ ਨੂੰ ਤਾਂ ਪਤਾ ਕਿ ਕਾਰਨ ਦੱਸੋ ਨੋਟਿਸ ਜਾਰੀ ਹੋਇਆ 2 ਜਾਂ 3 ਮਹੀਨੇ ਹੋ ਚੁੱਕੇ ਆ ਤੇ ਅਸੀਂ ਅਜੇ ਤੱਕ ਜਵਾਬ ਨਹੀਂ ਦਿੱਤਾ ਸਾਡਾ। ਤੋਂ ਕੱਖ ਨਹੀਂ ਬਣ ਸਕੇ ਤੇ ਰਾਜਾ ਵੜਿੰਗ ਇਹਨੂੰ ਬਣੇ ਨੂੰ ਕੁਝ ਹੀ ਮਹੀਨੇ ਹੋਏ ਆ, ਉਹਦਾ ਇੱਕ ਬੁਲਾਰਾ ਜਿਹੜਾ ਨਾ ਤਾਂ ਕਦੇ ਐਮਐਲਏ ਰਿਹਾ ਨਾ ਕਦੇ ਕੁਝ ਹੋਰ ਰਿਹਾ, ਉਹ ਬੁਲਾਰਾ ਕਾਂਗਰਸ ਦੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੂੰ ਚੈਲੰਜ ਕਰ ਰਿਹਾ ਕਿ ਤੁਸੀਂ ਪ੍ਰਨੀਤ ਕੌਰ ਨੂੰ ਬਾਹਰ ਕੱਢ ਕੇ ਦਿਖਾਓ। ਤਾਂ ਫਿਰ ਇਦੋਂ ਪਤਲੀ ਹਾਲਤ ਕਾਂਗਰਸ ਦੇ ਪ੍ਰਧਾਨ ਦੀ ਹੋਣੀ ਕੀ ਹੈ, ਬੇਇੱਜ਼ਤੀ ਕਰਾਉਣ ਵੱਲੋਂ ਸੁਣਿਆ ਕੀ ਸੀ, ਇਦੋਂ ਤਾਂ ਨਾ ਚੈਲੰਜ ਕਰਦੇ। ਹੁਣ ਅਗਲੇ ਨੇ ਚੈਲੰਜ ਕਰਤਾ, ਉਦੋਂ ਬਾਅਦ ਰਾਜਾ ਵੜਿੰਗ ਸਾਹਿਬ ਦਾ ਬਿਆਨ ਹੀ ਕੋਈ ਨਹੀਂ ਆਇਆ। ਬਿਲਕੁਲ ਬਿਲਕੁਲ, ਮਤਲਬ ਤਾਂ ਹੁਣ ਇਹ ਚਾਹੀਦਾ ਕਿ ਜੇਕਰ ਤੁਸੀਂ ਇੰਨਾ ਵੱਡਾ ਚੈਲੰਜ ਇਸ ਵੱਡੀ ਸ਼ਖਸੀਅਤ ਨੂੰ ਕਰ ਰਹੇ ਜੇ ਤੇ ਜੇਕਰ ਅਗਲਾ ਬਿਆਨ ਦਿੱਤਾ ਤਾਂ ਮਤਲਬ ਫਿਰ ਤੁਹਾਡਾ ਰਿਐਕਸ਼ਨ ਇਹ ਬਣਦਾ ਤੁਸੀਂ ਵੀ ਅਸਤੀਫਾ ਕੱਢੋ ਜੇਬ ਦੇ ਵਿੱਚ ਤੇ ਜਾ ਕੇ ਤੁਸੀਂ ਹਾਈਕਮਾਂਡ ਦੇ ਮੂੰਹ ਤੇ ਮਾਰੋ ਕਿ ਭਈ ਮੈਂ ਪ੍ਰਧਾਨ ਕਾਹਦਾ ਆ ਕਿ ਜੇਕਰ ਮੇਰੇ ਕਹਿਣ ਦੇ ਵਿਰੁੱਧ ਦੂਜੀਆਂ ਪਾਰਟੀਆਂ ਦੇ ਬੁਲਾਰੇ ਇਹੋ ਜਿਹਾ ਮੈਨੂੰ ਕਰਦੇ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰ ਰਹੇ ਤੇ ਮੇਰੇ ਪ੍ਰਧਾਨ ਹੋਣ ਦਾ ਕੀ ਫਾਇਦਾ। ਤੇ ਬਾਕੀ ਸੁਖਵਿੰਦਰ ਜੀ ਇਹ ਗੱਲ ਵੈਸੇ ਰਾਜਾ ਵੜਿੰਗ ਸਮਝ ਚੁੱਕੇ ਨੇ ਤੇ ਸ਼ਾਇਦ ਇਹੋ ਕਹਿ ਚੁੱਕੇ ਨੇ ਕਿ ਮੈਂ ਪ੍ਰਧਾਨਗੀ ਵੀ ਛੱਡ ਸਕਦਾ, ਮੈਨੂੰ ਕੋਈ ਰਹਿਣ ਦੀ ਲੋੜ ਨਹੀਂ। ਉਹ ਤਾਂ ਵੈਸੇ ਆਪਣੀ ਸਥਿਤੀ ਨੂੰ ਜਾਣਦੇ ਹੋਇਆ ਪਹਿਲਾਂ ਹੀ ਭੱਜਣ ਦੀ ਤਿਆਰੀ ਦੇ ਵਿੱਚ ਨੇ। ਖੈਰ ਇਹ ਇੱਕ ਅਲੱਗ ਵਿਸ਼ਾ ਹੈਗਾ। ਪ੍ਰਨੀਤ ਕੌਰ ਉਹਨਾਂ ਦੀ ਜਿਹੜੀ ਸਥਿਤੀ ਆ ਸ਼ਾਹੀ ਪਰਿਵਾਰ ਦਾ ਸਿਲਸਿਲਾ ਟੁੱਟ ਚਿੰਤਨ ਸ਼ਿਵਰ ਜਿਹੜਾ 13 ਮਈ ਨੂੰ ਰਾਜਸਥਾਨ ਦੇ ਵਿੱਚ ਸ਼ੁਰੂ ਹੋਇਆ, ਇਸ ਤੋਂ ਮਗਰੋਂ ਸਥਿਤੀਆਂ ਜਿਹੜੀਆਂ ਕਾਂਗਰਸ ਦੀਆਂ ਉਹ ਸਾਫ਼ ਹੋਣਗੀਆਂ ਕਿ ਕਿਹੜੇ ਬੰਦੇ ਕਾਂਗਰਸ ਨਾਲ ਮਿਲ ਕੇ ਚੱਲਣਗੇ, ਕਿਹਨਾਂ ਨੂੰ ਕਾਂਗਰਸ ਬਾਹਰ ਦਾ ਰਸਤਾ ਵਿਖਾਉਂਦੀ ਆ, ਕਿਹੜੇ ਬੰਦੇ ਕਾਂਗਰਸ ਦਾ ਭਵਿੱਖ ਬਣਦੇ ਨੇ, ਪੰਜਾਬ ਦੇ ਵਿੱਚ ਕਾਂਗਰਸ ਦੀ ਸਥਿਤੀ ਕੀ ਹੁੰਦੀ ਆ। ਬਾਕੀ ਇਹ ਗੱਲ ਕਲੀਅਰ ਆ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਅਸੀਂ ਕਹਿ ਸਕਦੇ ਕਿ ਉੱਪਰੋਂ ਉੱਪਰੀ ਦਾ ਨਜ਼ਰ ਇਹ ਹੁੰਦਾ ਕਿ ਸ਼ਾਹੀ ਪਰਿਵਾਰ ਜਿਹੜਾ ਕਾਂਗਰਸ ਨਾਲ ਪੂਰਨ ਤੌਰ ਤੇ ਟੁੱਟ ਚੁੱਕਾ, ਕਿਉਂਕਿ ਪ੍ਰਨੀਤ ਕੌਰ ਹੋਣਾ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਉਹ ਵੀ ਸਾਹਮਣੇ ਨੇ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਚੋਣਾਂ ਵੀ ਭਾਜਪਾ ਦੀ ਮਦਦ ਨਾਲ ਲੜਦੀਆਂ। ਰਾਜੇ ਵੜਿੰਗ ਨੂੰ ਝਟਕੇ ਤੇ ਝਟਕਾ ਕਾਂਗਰਸ ਹਾਈ ਕਮਾਨ ਵੱਲੋਂ, ਕਿਉਂਕਿ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਜਿਸ ਤਰੀਕੇ ਨਾਲ ਉਹਨੇ ਬਿਆਨ ਦਿੱਤੇ ਇੰਨੇ ਦਿਨ ਹੋ ਗਏ। ਤਾਂ ਦੂਜੇ ਪਾਸੇ ਪ੍ਰਨੀਤ ਕੌਰ ਤੇ ਕੈਪਟਨ ਦੀ ਬੱਲੇ ਬੱਲੇ ਲੱਗ ਰਹੀ ਹੈ। ਜੀ ਬਿਲਕੁਲ, ਤੇ ਜਿਹੜਾ ਅਗਲਾ ਝਟਕਾ ਸ਼ਾਇਦ ਉਹ ਲਾਲਜੀਤ ਸਿੰਘ ਭੁੱਲਰ ਵੀ ਦੇਣ ਨੂੰ ਤਿਆਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੇਣ ਨੂੰ ਤਿਆਰ ਆ। ਸ਼ਾਇਦ ਇਹੋ ਹੀ ਕਾਰਨ ਆ ਕਿ ਕਾਂਗਰਸ ਪਾਰਟੀ ਵੀ ਵੇਖੋ ਤੇ ਇੰਤਜ਼ਾਰ ਦੀ ਨੀਤੀ ਤਹਿਤ ਚੱਲਦੇ ਹੋਇਆ ਇਹ ਕੁਝ ਵੇਖਦੀ ਪਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਰਾਜਾ ਵੜਿੰਗ ਨੂੰ ਵੀ ਪ੍ਰਧਾਨਗੀ ਤੋਂ ਲਾਉਣਾ ਪਵੇ। ਤੇ ਚਲੋ ਆਪਾਂ ਕੱਲ ਨੂੰ ਇਹ ਜ਼ਿਆਦਾ ਇਹਨੂੰ ਕਰਨਾ, ਸ਼ਾਇਦ ਇਹੋ ਜਿਹੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆ ਸਕਦੀਆਂ। ਜਾਣਕਾਰੀ ਦੇ ਦਈਏ, ਜਿਹੜੀ ਤੁਸੀਂ ਗੱਲ ਕੀਤੀ ਆ ਲਾਲਜੀਤ ਭੁੱਲਰ ਵਾਲੀ ਕਿ 825 ਬੱਸਾਂ ਜਿਹੜੀਆਂ ਨਵੀਆਂ ਬੱਸਾਂ ਦਾ ਆਰਡਰ ਦਿੱਤਾ ਗਿਆ ਸੀ ਉਹਨਾਂ ਦੀ ਚਲਤੀਆਂ ਦਾ, ਤਾਂ ਕਿਹਾ ਜਾ ਰਿਹਾ ਲਾਲਜੀਤ ਭੁੱਲਰ ਹੋਰਾਂ ਦੇ ਵੱਲੋਂ ਕਿ ਉਹ ਬੜਾ ਮਾੜਾ ਮਟੀਰੀਅਲ ਸੀ, ਘਪਲਾ ਹੋਇਆ ਇਹਦੇ ਵਿੱਚ ਤੇ ਅਸੀਂ ਜਾਂਚ ਕਰ ਰਹੇ ਹਾਂ ਤੇ ਰਾਜੇ ਵੜਿੰਗ ਨੂੰ ਅਸੀਂ ਬਖਸ਼ਾਂਗੇ ਨਹੀਂ। ਇਹ ਜਿਹੜੀ ਗੱਲ ਉਹਨਾਂ ਦੀ ਕਹੀ ਜਾ ਰਹੀ ਹੈ ਕਿ ਤਾਂ ਪ੍ਰਧਾਨਗੀ ਦੇ ਤੌਰ ਤੇ ਹਾਲਤ ਜਿਹੜੀ ਪਤਲੀ ਪੈ ਗਈ। ਲੋਕੀ ਤਾਂ ਇਹ ਵੀ ਕਹਿ ਰਹੇ ਨੇ ਕਿ ਭਾਈ ਰਾਜੇ ਵੜਿੰਗ ਦੀ ਜਿਹੜੀ ਆ ਪ੍ਰਧਾਨ ਬਣਾ ਕੇ ਬਲੀ ਦਿੱਤੀ ਗਈ ਹੈ, ਰਾਜੇ ਵੜਿੰਗ ਨੂੰ ਠੋਕਣ ਦੀ ਤਿਆਰੀ ਹੈ। ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਠੋਕਣ ਨੂੰ ਤਿਆਰ ਬੈਠੀ ਹੈ। ਹੁਣ ਦੇਖਦੇ ਹਾਂ ਰਾਜਾ ਜੀ ਬਚ ਕੇ ਨਿਕਲਦੇ ਕਿੱਧਰ ਨੂੰ ਆ, ਇਹ ਜਿਹੜਾ ਦੇਖਣ ਵਾਲੀ ਗੱਲ ਹੋਊਗੀ। ਅਣਖ ਸਾਹਿਬ ਕਹਿ ਸਕਦੇ ਹਾਂ ਕਿ ਰਾਜਾ ਵੜਿੰਗ ਵਾਲੀ ਖਬਰ ਤੇ ਮੈਂ ਦੁਬਾਰਾ ਫੇਰ ਆਊਂਗਾ ਕਿ ਰਾਜਾ ਵੜਿੰਗ ਨੂੰ ਜਿੱਥੇ ਹਾਈ ਕਮਾਨ ਦਾ ਝਟਕਾ ਹੈ ਤਾਂ ਉੱਥੇ ਹੀ ਨਵਜੋਤ ਸਿੰਘ ਸਿੱਧੂ ਦੀ ਕੱਲ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦੇ ਨਾਲ ਦੁਬਾਰਾ ਬੱਲੇ ਬੱਲੇ ਸ਼ੁਰੂ ਹੋ ਗਈ ਹੈ। ਬੜੇ ਘੱਟ ਸ਼ਬਦਾਂ ਚ ਅੰਤਰ ਦਊਂਗਾ। ਜੀ ਬਿਲਕੁਲ, ਸਾਰੀਆਂ ਅਖਬਾਰਾਂ ਦੇ ਵਿੱਚ ਭਗਵੰਤ ਮਾਨ ਔਰ ਨਵਜੋਤ ਸਿੰਘ ਸਿੱਧੂ ਦੀ ਆਪਸੀ ਜਿਹੜੀ ਮੁਲਾਕਾਤ ਆ ਉਹਨੂੰ ਬੜੀ ਅਹਿਮ ਥਾਂ ਜਿਹੜੀ ਆ ਉਹ ਦਿੱਤੀ ਗਈ ਆ। ਖਾਸ ਤੌਰ ਤੇ ਨਵਜੋਤ ਸਿੱਧੂ ਵੱਲੋਂ ਭਗਵੰਤ ਮਾਨ ਦੀ ਕੀਤੀ ਗਈ ਤਾਰੀਫ ਜਿਹੜੀ ਆ ਉਸ ਬਹੁਤ ਸਾਰੇ ਲੋਕਾਂ ਨੂੰ ਰਾਸ ਜਿਹੜੀ ਆ ਮੇਰੇ ਖਿਆਲ ਨਹੀਂ ਆ ਰਹੀ। ਤੇ ਪਰ ਦੂਜੇ ਪਾਸੇ ਲੋਕ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਦੀ ਪਿੱਠ ਥਾਪੜੀ ਆ, ਪਰਦੇ ਦੇ ਪਿੱਛੇ ਦੋਵਾਂ ਨੇਤਾਵਾਂ ਦੇ ਵਿਚਕਾਰ ਜਿਹੜੀ ਸਿਆਸਤ ਬੜੀ ਗੰਭੀਰ ਮੁੱਦਿਆਂ ਤੇ ਹੋਈ ਹੋਵੇਗੀ। ਤਾਂ ਉਹ ਜਿਹੇ ਗੰਭੀਰ ਮੁੱਦਿਆਂ ਤੇ ਜਿਹੜੇ ਅਸੀਂ ਕਹਿ ਸਕਦੇ ਕਿ ਸਿੱਟੇ ਜਿਹੜੇ ਨੇ ਆਉਂਦਿਆਂ ਦਿਨਾਂ 'ਚ ਵੇਖਣ ਨੂੰ ਜ਼ਰੂਰ ਮਿਲ ਸਕਦੇ ਆ, ਕਿਉਂਕਿ ਦੋ ਗੱਲਾਂ ਜਿਹੜੀਆਂ ਨਵਜੋਤ ਸਿੱਧੂ ਨੇ ਕਹੀਆਂ, ਇੱਕ ਤੇ ਠੇਕੇਦਾਰੀ ਪ੍ਰਣਾਲੀ ਨੂੰ ਬੰਦ ਕਰਦਾ ਤੇ ਮਾਈਨਿੰਗ ਦਾ ਮੁੱਦਾ। ਜੇਕਰ ਇਹਨਾਂ ਦੇ ਤਹਿਤ ਕੋਈ ਵੀ ਚੀਜ਼ ਹੁੰਦੀ ਆ ਤਾਂ ਸੁਖਵਿੰਦਰ ਜੀ ਤੁਸੀਂ ਦੇਖਿਓ ਇਹਦਾ ਸਾਰਾ ਸਿੱਟਾ ਜਿਹੜਾ ਸਿਰਾ ਉਹ ਨਵਜੋਤ ਸਿੱਧੂ ਤੇ ਇਸ ਮੀਟਿੰਗ ਤੇ ਜਾਏਗਾ। ਮੈਂ ਇੱਕ ਗੱਲ ਹੋਰ ਜਾਂਦੇ ਗੱਲ ਕਰ ਦਵਾਂ ਕਿ ਕੱਲ ਜਿਸ ਤਰੀਕੇ ਨਾਲ ਲਾਲਜੀਤ ਸਿੰਘ ਭੁੱਲਰ ਦਾ ਨਵਜੋਤ ਸਿੱਧੂ ਦੇ ਸੰਬੰਧ ਦੇ ਵਿੱਚ ਬਿਆਨ ਆਇਆ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਮੈਨੂੰ ਯਾਦ ਆ ਗਿਆ ਕਿ ਅੱਜ ਤੋਂ ਚੰਦ ਦਿਨ ਪਹਿਲਾਂ ਵੀ ਭਗਵੰਤ ਮਾਨ ਨੇ ਨਵਜੋਤ ਸਿੱਧੂ ਦੇ ਸੰਬੰਧੀ ਇਹੋ ਜਿਹੇ ਬਿਆਨ ਜਿਹੜਾ ਉਹ ਦਿੱਤਾ ਸੀ। ਪਰ ਇਸ ਸਭ ਦੇ ਬਾਵਜੂਦ
ਜੇਕਰ ਦੋਵੇਂ ਨੇਤਾ ਉਹਨਾਂ ਚੀਜ਼ਾਂ ਨੂੰ ਭੁੱਲ ਕੇ ਇੱਕ ਵਾਰੀ ਸਾਂਝੇ ਪਲੇਟਫਾਰਮ ਤੇ ਇਕੱਠੇ ਹੋਏ ਨੇ ਤੇ ਲੋਕਾਂ ਦੇ ਵਿੱਚ ਹੋਰ ਤਰੀਕੇ ਦੀ ਇੱਕ ਸੋਚ ਜਿਹੜੀ ਆ ਕੱਲ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਭਗਵੰਤ ਮਾਨ ਦੇ ਪ੍ਰਤੀ ਪੈਦਾ ਹੋਈ ਆ, ਸ਼ਾਇਦ ਪੰਜਾਬ ਦੇ ਚੰਗੇ ਭਵਿੱਖ ਦੇ ਸੰਬੰਧੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਨੀਹਾਂ ਦੀ ਜਿਹੜੀ ਬੁਨਿਆਦ ਜਿਹੜੀ ਆ ਉਹ ਰੱਖੀ ਗਈ ਹੈ ਜੀ। ਅਗਲੀ ਖਬਰ ਤੇ ਆਪਾਂ ਗੱਲਬਾਤ ਕਰ ਲਈਏ। ਸ਼੍ਰੀਲੰਕਾ ਦੇ ਵਿੱਚ ਆਪਾਂ ਸਭ ਨੇ ਦੇਖਿਆ ਕਿ ਵਿੱਤੀ ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਸੀ, ਜਿਹਦੇ ਕਰਕੇ ਵਿੱਤੀ ਐਮਰਜੈਂਸੀ ਵੀ ਲਾਉਣੀ ਪੈ ਗਈ। ਤਾਂ ਹੁਣ ਵੀ ਜਿਹੜੀ ਐਮਰਜੈਂਸੀ ਦੇ ਹਾਲਾਤ ਨੇ ਉੱਥੇ ਉੱਥੇ ਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਅਸਤੀਫਾ ਦੇਣਾ ਪੈ ਗਿਆ ਰਾਜਪਕਸ਼ੇ ਨੂੰ। ਤਾਂ ਉੱਥੇ ਹੀ ਹੁਣ ਉਹਨਾਂ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਜਿਹੜੀ ਕੀਤੀ ਆ। ਮਾਮਲਾ ਅਣਕਿਤਾ ਕੀ ਹੈ, ਆਪਣੇ ਦਰਸ਼ਕਾਂ ਨੂੰ ਪੂਰਾ ਸਮਝਾ ਦਿੱਤਾ ਜਾਵੇ। ਸੁਖਵਿੰਦਰ ਜੀ, ਇਸ ਪ੍ਰਸ਼ਨ ਦੇ ਜਵਾਬ 'ਚ ਮੈਂ ਥੋੜਾ ਜਿਹਾ 1 ਮਿੰਟ ਵਾਸਤੇ ਗੁਸਤਾਖੀ ਕਰਾਂਗਾ। ਉਸ ਤੋਂ ਪਹਿਲਾਂ ਇੱਕ ਗੱਲ ਹੋਰ ਕਰ ਦਈਏ ਕਿ ਜਿਸ ਤਰੀਕੇ ਨਾਲ ਤੁਸੀਂ ਉਹ ਰਾਜਾ ਵੜਿੰਗ ਦੀਆਂ ਬੱਸਾਂ ਦੀ ਗੱਲ ਕੀਤੀ ਹੈ, ਜਾਣਕਾਰ ਸੂਤਰ ਇਹ ਦੱਸਦੇ ਨੇ ਕਿ ਰਾਜਸਥਾਨ ਦਾ ਇੱਕ ਮੰਤਰੀ ਤੇ ਜਿਹੜਾ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਜਿਨ੍ਹਾਂ ਦੀ ਬਹੁਤ ਪੁਸ਼ ਪ੍ਰਤੀਤ ਹੈਗੀ ਆ, ਉਹਨਾਂ ਦੀ ਸਹਿਮਤੀ ਨਾਲ ਰਾਜਸਥਾਨ ਦੀ ਇੱਕ ਕੰਪਨੀ ਸੀ ਚੌਧਰੀ ਜੀ, ਕਥਿਤ ਤੌਰ ਤੇ ਮਤਲਬ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਜੀ, ਰਾਜਸਥਾਨ ਦੇ ਜਿਹੜੇ ਸਾਬਕਾ ਮੰਤਰੀ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਉੱਥੋਂ ਦੀ ਇੱਕ ਜਿਹੜੀ ਕੰਪਨੀ ਸੀ ਜਿਹੜੀਆਂ ਬੱਸਾਂ ਦੀ ਬਾਡੀਜ਼ ਬਣਾਉਂਦੀਆਂ ਨੇ, ਤਾਂ ਉਹਨਾਂ ਦੇ ਰਾਹੀਂ ਇਹ ਜਿਹੜਾ ਠੇਕਾ ਇਹ ਜਿਹੜੀ ਗੱਲਬਾਤ ਸ਼ੁਰੂ ਹੋਈ ਆ। ਬਾਕੀ ਸਾਡੇ ਦਰਸ਼ਕ ਨੇ ਕਿ ਸਮਝਦਾਰ ਨੇ ਕਿ ਪਤਾ ਲੱਗ ਹੀ ਗਿਆ ਹੋਊਗਾ ਕਿ ਕਿਸ ਤਰੀਕੇ ਨਾਲ 75-25 ਦਾ ਖੇਲ ਜੇਕਰ ਪੰਜਾਬ 'ਚ ਚੱਲਦਾ ਰਿਹਾ ਤਾਂ ਸ਼ਾਇਦ ਫਿਰ ਉੱਥੇ ਕੁਝ ਆਪਣੇ ਯਾਰਾਂ ਮਿੱਤਰਾਂ ਨੂੰ ਲਾਭ ਦਿਵਾਉਣ ਕਰਕੇ ਹੀ ਕੁਝ ਇਹੋ ਜਿਹਾ ਘਪਲੇਬਾਜ਼ੀ ਮਤਲਬ ਹੋਈ ਹੋਵੇਗੀ। ਖੈਰ, ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਵੇਖਣਾ ਕਿ ਇਸ ਮੁੱਦੇ ਨੂੰ ਕਿੱਥੋਂ ਤੱਕ ਨੰਗਿਆ ਕਰਦੀ ਜਾਂ ਕਿੱਥੋਂ ਤੱਕ ਨਹੀਂ ਕਰਦੀ। ਤਾਂ ਗੱਲ ਅਸੀਂ ਸ਼੍ਰੀਲੰਕਾ ਦੀ ਕਰ ਰਹੇ ਸਾਂ। ਤਾਂ ਸ਼੍ਰੀਲੰਕਾ ਦੇ ਵਿੱਚ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵਿੱਤੀ ਹਾਲਾਤ ਨੇ ਬਹੁਤ ਜ਼ਿਆਦਾ ਮਾੜੇ ਨੇ ਤੇ ਕੰਗਾਲੀ ਦੀ ਸਥਿਤੀ ਜਿਹੜੀ ਆ ਸ਼੍ਰੀਲੰਕਾ ਦੇ ਵਿਚਕਾਰ ਚੱਲਦੀ ਪਈ ਸੀ। ਲੋਕ ਜਿਹੜੇ ਸਨ ਉੱਥੋਂ ਦੀ ਆਰਥਿਕ ਮੰਦਹਾਲੀ ਕਾਰਨ ਸੜਕਾਂ ਤੇ ਜਿਹੜੇ ਉਹ ਆ ਚੁੱਕੇ ਨੇ। ਤਾਂ ਜਿਹੋ ਜਿਹੇ ਕਈ ਵਾਰੀ ਇੱਥੋਂ ਦੇ ਵੀ ਸਿਆਸੀ ਸਾਡੇ ਪੰਜਾਬ ਦੇ ਵੀ ਸਿਆਸੀ ਨੇਤਾ ਇਹੋ ਜਿਹੇ ਬਿਆਨ ਦੇ ਦਿੰਦੇ ਆ ਕਿ ਜਿਸ ਤਰੀਕੇ ਨਾਲ ਮੁਹੱਤਖੋਰੀ ਪੰਜਾਬ 'ਚ ਚੱਲਦੀ ਪਈ, ਇਹੋ ਜਿਹੇ ਹਾਲਾਤ ਸ਼੍ਰੀਲੰਕਾ ਵਰਗੇ ਹਾਲਾਤ ਜਿਹੜੇ ਪੰਜਾਬ 'ਚ ਵੀ ਹੋ ਸਕਦੇ। ਇਹ ਸਿਆਸੀ ਬਿਆਨ ਪਿਛਲੇ ਦੌਰ 'ਚ ਵੀ ਹੁੰਦੇ ਰਹੇ ਨੇ। ਖੈਰ, ਗੱਲ ਅਸੀਂ ਸ਼੍ਰੀਲੰਕਾ ਦੀ ਕਰ ਰਹੇ ਹਾਂ। ਤਾਂ ਸ਼੍ਰੀਲੰਕਾ ਜਿਹੜੇ ਵਿੱਤੀ ਹਾਲਾਤਾਂ ਦੇ ਖਰਾਬ ਹੋਣ ਤੋਂ ਬਾਅਦ ਜਿਹੜੀਆਂ ਸਥਿਤੀਆਂ ਸੀ, ਵਿਰੋਧੀ ਧਿਰਾਂ ਵੀ ਬਾਅਦ ਸੜਕਾਂ ਤੇ ਸਨ ਤੇ ਦੂਜੇ ਪਾਸੇ ਲੋਕ ਵੀ ਸੜਕਾਂ ਤੇ ਸਨ। ਵਿਰੋਧ ਪ੍ਰਦਰਸ਼ਨ ਜਿਹੜੇ ਧਰਨਿਆਂ ਦਾ ਜਿਹੜਾ ਦੌਰ ਸੀ ਜਾਰੀ ਸੀ। ਤੇ ਕੱਲ ਵੀ ਜਿਹੜਾ ਆ ਸ਼੍ਰੀਲੰਕਾ ਦੀ ਜਿਹੜੀ ਰਾਜਧਾਨੀ ਆ ਉੱਥੇ ਜਾ ਕੇ ਜਿਹੜੇ ਲੋਕਾਂ ਵੱਲੋਂ ਧਰਨਾ ਜੋਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ, ਜਿਸ ਸੰਬੰਧ ਵਿੱਚ ਪੁਲਿਸ ਵੱਲੋਂ ਲਾਠੀਚਾਰਜ ਵੀ ਹੋਇਆ, ਜਿਹਦੇ ਵਿੱਚ 130 ਦੇ ਕਰੀਬ ਕਹਿੰਦੇ ਨੇ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਖੈਰ, ਤੇ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਫਿਰ ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਤੇ ਵਿਰੋਧੀ ਉਹਨਾਂ ਦੇ ਨਾਲ 2 ਜਿਹੜੇ ਮੰਤਰੀ ਨੇ ਉਹਨਾਂ ਨੇ ਵੀ ਅਸਤੀਫਾ ਜਿਹੜਾ ਦੇ ਦਿੱਤਾ। ਪਰ ਅਜੇ ਉੱਥੋਂ ਦੀ ਸਰਕਾਰ ਨੂੰ ਭੰਗ ਕਰਨ ਦਾ ਅਜੇ ਨਿਰਦੇਸ਼ ਜਿਹੜੇ ਆ ਉਹ ਅਜੇ ਸਾਹਮਣੇ ਜਿਹੜੇ ਉਹ ਨਹੀਂ ਆਏ। ਬਾਕੀ ਪ੍ਰਧਾਨ ਮੰਤਰੀ ਦਾ ਅਸਤੀਫਾ ਜਿਹੜਾ ਉਹ ਆ ਚੁੱਕਾ। ਤਾਂ ਕਹਿਣ ਦਾ ਅਰਥ ਹੈ ਕਿ ਉੱਥੋਂ ਦੇ ਜਿਹੜੇ ਹਾਲਾਤ ਨੇ ਇਸ ਵੇਲੇ ਬਹੁਤ ਹੀ ਅਸੀਂ ਕਹਿ ਸਕਦੇ ਕਿ ਨਾਜ਼ੁਕ ਮੋੜ ਤੇ ਪਹੁੰਚ ਚੁੱਕੇ ਨੇ। ਖਾਨਾ ਜੰਗੀ ਦਾ ਜਿਹੜਾ ਮਾਹੌਲ ਆ ਸ਼੍ਰੀਲੰਕਾ 'ਚ ਬਣਿਆ ਜਿਹੜਾ ਉਹ ਨਜ਼ਰ ਆ ਰਿਹਾ। ਹੁਣ ਉੱਥੋਂ ਦੀ ਜੇਕਰ ਪ੍ਰਧਾਨ ਮੰਤਰੀ ਦੇ ਅਸਤੀਫਾ ਦੇਣ ਦੇ ਨਾਲ ਉੱਥੋਂ ਦੀ ਜੇਕਰ ਆਰਥਿਕ ਸਥਿਤੀ ਸੁਧਰਦੀ ਹੋਵੇ ਫਿਰ ਤਾਂ ਗੱਲ ਵੱਖਰੀ ਆ, ਪਰ ਇਹੋ ਜਿਹੀ ਸਥਿਤੀ ਵੇਖਣ 'ਚ ਨਜ਼ਰ ਨਹੀਂ ਆ ਰਹੀ। ਵਿਰੋਧੀ ਧਿਰ ਵੀ ਜਿਹੜੀ ਉੱਥੋਂ ਦੀ ਇਸ ਪ੍ਰਤੀ ਚਿੰਤਤ ਜਿਹੜੀ ਆ ਉਹ ਨਜ਼ਰ ਆ ਰਹੀ ਆ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸ਼੍ਰੀਲੰਕਾ ਦੇ ਜਿਹੜੇ ਅਗਲੇ ਹਾਲਾਤ ਨੇ ਉਹ ਕੀ ਬਣਦੇ ਨੇ। ਬਾਕੀ ਇਹ ਵੀ ਇੱਕ ਗੱਲ ਕਹਿ ਦਈਏ, ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ, ਕੈਬਨਿਟ ਭੰਗ ਹੋਏਗੀ ਔਰ ਉਸ ਤੋਂ ਬਾਅਦ ਨਵੀਆਂ ਚੋਣਾਂ ਵੀ ਜਿਹੜਾ ਮਾਹੌਲ ਆ ਉੱਥੋਂ ਦਾ ਜਿਹੜਾ ਉਹ ਬਣਦਾ ਨਜ਼ਰ ਆ ਰਿਹਾ। ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਲੋੜ ਇਹ ਆ ਜੀ। ਬਿਲਕੁਲ ਅਣਕਿਤਾ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।